ਹੈਲੋ एवरीवन ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣੇ ਹੋ ਤੇ ਤੁਹਾਡੀ ਤਿਆਰੀ ਵੀ ਚੰਗੀ ਚੱਲਦੀ ਹੋਣੀ ਆ ਤੇ ਅੱਜ ਦਾ ਆਪਾਂ ਨੈਕਸਟ ਲੈਕਚਰ ਨੰਬਰ 4 ਅਸੀਂ ਟ੍ਰਿਗਨੋਮੈਟਰੀ ਦੀ ਹੀ ਲੈ ਕੇ ਆਏ ਹਾਂ ਤੇ ਉਹਦੇ ਵਿੱਚ ਵੇਖਦੇ ਹਾਂ ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਹਨਾ ਅਕਸਰ ਕਰਦੇ ਹੁੰਦੇ ਹਾਂ ਲੇਆਊਟ ਡਿਸਕਸ ਕਰਦੇ ਹੁੰਦੇ ਹਾਂ ਵੀ ਕੀ ਪੜਾਂਗੇ ਟੇਬਲ ਆਫ ਵੈਲਿਊਜ਼ ਹਨਾ ਕੁਝ ਵੈਲਿਊਜ਼ ਅਸੀਂ ਆਮ ਯੂਜ਼ ਕਰਦੇ ਹਾਂ ਹਨਾ ਉਹ ਵੈਲਿਊਜ਼ ਦਾ ਟੇਬਲ ਅਸੀਂ ਬਣਾਵਾਂਗੇ ਤੇ ਉਹ ਇਮੇਜ ਅਸੀਂ ਇੱਦਾਂ ਕਹਿੰਦੇ ਵੀ ਫੋਟੋ ਖਿੱਚਣੀ ਆਪਣੇ ਮਾਈਂਡ ਦੇ ਵਿੱਚ ਜਦੋਂ ਵੀ ਕੋਈ ਹੈ ਨਾ ਆਪਾਂ ਨੂੰ ਕੋਈ ਵੈਲਿਊ ਪੁੱਛੀ ਗਈ ਹੋਵੇ ਅਸੀਂ ਉਹ ਟੇਬਲ ਦੇ ਵਿੱਚ ਚੱਲ ਜਾਈਏ ਅਤੇ ਸਾਨੂੰ ਆਸਾਨੀ ਦੇ ਨਾਲ ਹੈ ਨਾ ਯਾਦ ਕਰਨੀ ਸੌਖੀ ਹੋ ਜਾਵੇ ਠੀਕ ਹੈ ਸਮ ਸਟੈਂਡਰਡ ਵੈਲਿਊਜ਼ ਨੇ ਜਿਹੜੀਆਂ ਆਮ ਯੂਜ਼ ਹੈ ਨਾ ਕਰੀਆਂ ਜਾਂਦੀਆਂ ਨੇ ਅਸੀਂ ਉਹ ਵੈਲਿਊਜ਼ ਵੇਖਾਂਗੇ ਅਤੇ ਯੂਜ਼ਫੁਲ ਰਿਜ਼ਲਟ ਨੇ ਕੁਝ ਅਸੀਂ ਉਹ ਦਿਖਾਵਾਂਗੇ ਤੁਹਾਨੂੰ ਕਿੱਦਾਂ ਹੈ ਨਾ ਕਿਹੜਾ ਰਿਜ਼ਲਟ ਯੂਜ਼ਫੁਲ ਹੈ ਅਤੇ ਉਹਨੂੰ ਅਸੀਂ ਆਸਾਨੀ ਦੇ ਨਾਲ ਕਿੱਦਾਂ ਯਾਦ ਰੱਖ ਸਕਦੇ ਹਾਂ ਉਸ ਤੋਂ ਬਾਅਦ ਪ੍ਰੋਬਲਮਸ ਨੇ ਆਹ ਵਾਲੀਆਂ ਹੈ ਨਾ ਇੱਦਾਂ ਦੀਆਂ ਕੁਝ ਪ੍ਰੋਬਲਮਸ ਆ ਜਾਂਦੀਆਂ ਨੇ ਇਹ ਮੈंने 2 ਪ੍ਰੋਬਲਮਸ ਲੈ ਲਈਆਂ ਨੇ ਅਸੀਂ ਇਹ ਸੋਲਵ ਕਰਾਂਗੇ ਉਸ ਤੋਂ ਬਾਅਦ ਇੰਪੋਰਟੈਂਟ ਰਿਜ਼ਲਟ ਨੇ ਕੁਝ ਜਿਵੇਂ ਕਿ ਸਾਈਨ 18 ਦਾ ਠੀਕ ਹੈ cos 36 ਦਾ ਸਾਈਨ 36 ਦਾ ਜਾਂ cos 18 ਦਾ ਇਹਦੇ ਨਾਲ ਜਦੋਂ ਇਹ ਸਾਡੇ ਵੈਲਿਊਜ਼ ਯਾਦ ਹੁੰਦੀਆਂ ਨੇ ਇਹਨਾਂ ਦੀਆਂ ਅਤੇ ਬਹੁਤ ਸਾਰੇ ਸਮ ਇਹਦੇ ਨਾਲ ਸੋਲਵ ਹੁੰਦੇ ਨੇ ਠੀਕ ਹੈ ਫਾਰਮੂਲੇ ਨੇ ਅਸੀਂ AB + B ਇਹਨਾਂ ਨੂੰ ਕੰਪਾਊਂਡ ਫਾਰਮੂਲੇ ਕਹਿ ਲੈਂਦੇ ਹੁੰਦੇ ਹਾਂ ਅਸੀਂ ਠੀਕ ਹੈ A + B ਵਾਲੇ ਅਤੇ AB ਫਾਰਮੂਲੇ ਨੇ CD ਫਾਰਮੂਲੇ 2 ਥੀਟਾ ਅਤੇ 3 ਥੀਟਾ ਵਾਲੇ ਫਾਰਮੂਲੇ ਇਹਨਾਂ ਨੂੰ ਮਲਟੀਪਲ ਐਂਗਲਸ ਵਾਲੇ ਫਾਰਮੂਲੇ ਕਹਿੰਦੇ ਆ ਠੀਕ ਹੈ ਇਹਨਾਂ ਬਾਰੇ ਡਿਸਕਸ ਕਰਾਂਗੇ ਸਾਰੇ ਲਓ ਹੁਣ ਅਸੀਂ ਆਪਣੇ ਫਸਟ ਟੌਪਿਕ ਵੱਲ ਵੱਧਦੇ ਹਾਂ ਟੇਬਲ ਆਫ ਵੈਲਿਊਜ਼ ਠੀਕ ਹੈ ਵੈਲਿਊਜ਼ ਦਾ ਟੇਬਲ ਦੇਖੋ ਸਟੂਡੈਂਟਸ ਅਸੀਂ ਸਾਰੇ ਹੀ ਜਾਣੂ ਹਾਂ ਵੀ ਇੱਕ ਤਾਂ 0 ਡਿਗਰੀ 30 ਡਿਗਰੀ 30 डिग्री होवे चाहे स्टूडेंट्स से π/6 होवे एक कोई गल आ ठीक है उस तो बाद 45 डिग्री π/4 होवे चाहे ठीक है उस तो बाद 60 डिग्री π/3 ਜਾਂ 90 डिग्री ਨੂੰ ਕੀ ਕਹਾਂਗੇ ਅਸੀਂ π/2 ਕਹਾਂਗੇ ਠੀਕ ਹੈ ਹੁਣ ਇਹ ਸਾਰੇ ਸਟੈਂਡਰਡ ਐਂਗਲਸ ਨੇ ਹੈ ਨਾ ਇਹਨਾਂ ਦੇ ਅਸੀਂ ਸਾਈਨ ਕੋਸ ਟੈਨ ਇਹਨਾਂ ਦੀ ਵੈਲਿਊਜ਼ ਫਾਈਂਡ ਕਰਾਂਗੇ ਕੋਸਿਕੈਂਟ ਸਿਕੈਂਟ ਅਤੇ ਕੋਟ ਤੇ ਤੁਸੀਂ ਆਪਣੇ ਆਪ ਫਾਈਂਡ ਕਰ ਲੈਣੀਆਂ ਨੇ ਠੀਕ ਹੈ ਅਤੇ ਉਹਨਾਂ ਨੂੰ ਯਾਦ ਕਰਨ ਦਾ ਤਰੀਕਾ ਵੀ ਦੇਖਾਂਗੇ ਦੇਖੋ ਸਾਈਨ ਥੀਟਾ ਸਾਈਨ ਪਹਿਲਾਂ ਸਾਈਨ ਦੀ ਹੀ ਗੱਲ ਕਰ ਲੈਂਦੇ ਹਾਂ ਠੀਕ ਹੈ ਫਿਰ ਇੱਥੇ ਕੋਸ ਦੀ ਗੱਲ ਕਰਾਂਗੇ ਇੱਥੋਂ ਫਿਰ ਟੈਨ ਦੀ ਗੱਲ ਕਰਾਂਗੇ ਠੀਕ ਹੈ ਇੱਥੋਂ ਸਾਡੀਆਂ ਰੋਜ਼ ਚੱਲਣਗੀਆਂ ਇਹ ਸਾਡੇ ਕਾਲਮ ਨੇ ਸਾਈਨ 0 ਠੀਕ ਹੈ ਇੱਦਾਂ ਅਸੀਂ ਪੜ੍ਹਨਾ ਸਾਈਨ 0 ਠੀਕ ਹੈ ਅਸੀਂ ਹੁਣ ਕਿੱਦਾਂ ਬਣਾਵਾਂਗੇ ਟੇਬਲ ਸਟੂਡੈਂਟਸ ਪਹਿਲਾਂ ਅਸੀਂ 0 ਤੋਂ ਸਟਾਰਟ ਕਰਾਂਗੇ 0 1 2 3 4 ਠੀਕ ਹੈ ਹਰੇਕ ਨੂੰ 4 ਨਾਲ ਡਿਵਾਈਡ ਕਰਨਾ ਸੀ 4 ਨਾਲ ਡਿਵਾਈਡ ਕਰ ਦਿਓ ਹਰੇਕ ਟਰਮ ਨੂੰ ਠੀਕ ਹੈ ਉਸ ਤੋਂ ਬਾਅਦ ਇਹਦਾ ਸਕੁਅਰ ਰੂਟ ਲਓ ਆ ਲਓ ਸਕੁਅਰ ਰੂਟ ਲੈ ਲਿਆ ਠੀਕ ਹੈ ਹੁਣ ਇਹਨੂੰ ਅਸੀਂ ਸੋਲਵ ਕਰਨਾ ਜਿਹੜਾ ਸੋਲਵ ਕਰਕੇ ਸਾਡੇ ਕੋਲ ਵੈਲਿਊਜ਼ ਆਉਣਗੀਆਂ ਉਹੀ ਆਪਣੀ ਸਾਈਨ 0 ਦੀ ਵੈਲਿਊ ਹੋਏਗੀ ਸਾਈਨ 30 ਦੀ ਸਾਈਨ 45 ਦੀ ਸਾਈਨ 60 ਦੀ ਸਾਈਨ 90 ਦੀ ਠੀਕ ਹੈ ਇੱਦਾਂ ਹੀ ਹੋਏਗਾ ਸਾਰਾ ਲਓ ਅਸੀਂ ਪਹਿਲੀ ਵੈਲਿਊ ਸੋਲਵ ਕਰਦੇ ਹਾਂ 0 / 4 ਹੈ ਨਾ ਕੀ ਆਊਗਾ 0 ਆਂਸਰ ਆਊਗਾ ਠੀਕ ਹੈ 1 / 4 1 ਦਾ ਸਕੁਅਰ ਰੂਟ ਉਸ ਤੋਂ ਬਾਅਦ 4 ਦਾ ਸਕੁਅਰ ਰੂਟ 1 / 2 1/2 ਆ ਗਿਆ ਠੀਕ ਹੈ ਹੁਣ ਦੇਖੋ ਇਹਨੂੰ ਅਸੀਂ ਪਹਿਲਾਂ ਕੱਟ ਕਰਾਂਗੇ 2 ਤੇ ਗਿਆ ਇਹ 1/√2 ਠੀਕ ਹੈ ਇਹਦਾ ਕੀ ਆਏਗਾ 3 ਸਕੁਅਰ ਰੂਟ ਡਿਵਾਈਡਡ ਬਾਈ 2 ਇਹ 4 ਨਾਲ 4 ਗਿਆ ਤੇ 1 ਬਚਿਆ 1 ਦਾ ਸਕੁਅਰ ਰੂਟ 1 ਠੀਕ ਹੈ ਇਹ ਸਾਰੀਆਂ ਸਾਈਨ ਦੀਆਂ ਵੈਲਿਊਜ਼ ਹੋ ਗਈਆਂ ਸਾਈਨ 0 0 ਸਾਈਨ 30 ਇਜ਼ 1/2 ਜਾਂ π/6 ਹੋ ਗਿਆ ਨਾ ਉਸ ਤੋਂ ਬਾਅਦ π/6 ਦੇਖੋ ਇੱਥੇ ਸਟੂਡੈਂਟਸ ਪਾਈ ਨੂੰ ਅਸੀਂ 180 ਲੈ ਕੇ ਚੱਲਦੇ ਹਾਂ 180 ਡਿਵਾਈਡਡ ਬਾਈ 6 6 × 18 ਠੀਕ ਹੈ 30 ਡਿਗਰੀ ਹੀ ਬਣਦਾ ਇਸ ਕਰਕੇ ਕਹਿਣ ਦਾ ਭਾਵ ਇਹ ਘਬਰਾਉਣਾ ਨਹੀਂ ਹੈਗਾ ਜਿੱਥੇ π/6 ਹੋਵੇ ਉਹ 30 ਹੀ ਹੁੰਦਾ ਸਾਈਨ 45 ਇਜ਼ 1/√2 ਹੈ ਨਾ 60 ਇਜ਼ √3/2 ਅਤੇ 90 ਇਜ਼ 1 ਠੀਕ ਹੈ ਕੋਸ ਲਈ ਹੁਣ ਅਸੀਂ ਇਹਨਾਂ ਨੂੰ ਰਿਵਰਸ ਕਰ ਦੇਣਾ ਉਹ ਵਾਲੀਆਂ ਵੈਲਿਊਜ਼ ਅਸੀਂ ਇੱਧਰ ਤੋਂ ਲਿਖਦੇ ਜਾਵਾਂਗੇ 1 ਉਸ ਤੋਂ ਬਾਅਦ √3/2 ਉਸ ਤੋਂ ਬਾਅਦ 1/√2 ਉਸ ਤੋਂ ਬਾਅਦ 1/2 ਇੱਧਰੋਂ ਫਿਰ 0 ਠੀਕ ਹੈ ਵੀ ਹੁਣ ਦੇਖੋ ਟੈਨ ਕੀ ਹੁੰਦਾ ਟੈਨ ਹੁੰਦਾ ਸਾਈਨ ਬਾਈ ਕੋਸ ਹੈ ਨਾ 0 ਡਿਵਾਈਡਡ ਬਾਈ 1 0 ਡਿਵਾਈਡਡ ਬਾਈ 1 0 1/2 ਡਿਵਾਈਡਡ ਬਾਈ 3/2 ਇਜ਼ 1/2 ਡਿਵਾਈਡਡ ਬਾਈ √3/2 2 ਨਾਲ 2 ਗਿਆ ਸਾਡਾ ਕਿੰਨਾ ਗਿਆ 1/√3 ਠੀਕ ਹੈ 1/2 √2 ਡਿਵਾਈਡਡ ਬਾਈ 1/√2 ਠੀਕ ਹੈ √2 ਨਾਲ √2 ਗਿਆ ਅਤੇ 1 ਬਚ ਗਿਆ ਸਾਡੇ ਕੋਲ ਠੀਕ ਹੈ ਹੁਣ ਇੱਥੋਂ ਵੇਖੋ √3/2 ਬਾਏ 1/2 2 ਨਾਲ 2 ਗਿਆ ਸਾਡੇ ਕੋਲ ਬਚ ਗਿਆ √3 ਠੀਕ ਹੈ 1 ਡਿਵਾਈਡਡ ਬਾਈ 0 ਇਹ 0 ਜਦੋਂ ਨੀਚੇ ਆ ਜਾਂਦੀ ਹੈ ਫਿਰ ਹੈ ਨਾ ਕੀ ਬਣ ਜਾਂਦੀ ਹੈ ਇਨਫਿਨਿਟੀ ਬਣ ਜਾਂਦੀ ਹੈ ਨਾਟ ਡਿਫਾਈਨਡ ਹੋ ਜਾਂਦਾ ਠੀਕ ਹੈ ਇੱਦਾਂ ਕਹਿ ਸਕਦੇ ਹਾਂ ਅਸੀਂ ਹੁਣ ਸਾਈਨ ਕੋਸ ਟੈਨ ਦੀਆਂ ਵੈਲਿਊਜ਼ ਆ ਗਈਆਂ ਹੁਣ ਅਸਾਂ ਨੇ ਕਰਨਾ ਕੀ ਆ ਇਹਦੀ ਇੱਕ ਇਮੇਜ ਖਿੱਚਣੀ ਆਪਣੇ ਮਾਈਂਡ ਦੇ ਵਿੱਚ ਹੈ ਨਾ ਜਦੋਂ ਵੀ ਤੁਹਾਨੂੰ ਸਾਈਨ 45 ਕਹੇ ਕੋਈ ਜਦੋਂ ਤੁਸੀਂ ਇੱਥੇ ਟੇਬਲ 'ਤੇ ਪਹੁੰਚ ਜਾਓ 1/√2
कोई cos 45 कहे 1/√2, ठीक है, कोई cos 60 कहे 1/2, ठीक है। इदां सारियां तुसीं इन्हां नूं जदों टेबल नूं वेखी जाओगे 2-4 वार चंगी तरह वेख लोगे तो तुहाडे माइंड दे विच बैठ जाना, ठीक है, ये टेबल। हुण असीं अगे वधदे हां, ठीक है, तुसीं इह टेबल नूं बना सकदे हो। उस तो बाद आपां इहनूं इरेज करदे हां, ठीक है। सम स्टैंडर्ड वैल्यूज़, ठीक है, सम स्टैंडर्ड वैल्यूज़ डिस्कस करते हैं, जिमें कि अपने कोल साइन 0 डिग्री, साइन 90 डिग्री, साइन 180 डिग्री, साइन 270 डिग्री, साइन 360 डिग्री, ठीक है। ये सारियां स्टैंडर्ड वैल्यूज़ के अंडर आउंदियां ने ते हरेक ਲਈ ਹੁੰਦੀਆਂ ने। साइन ਲਈ लिखांगे, फिर कॉस ਲਈ लिखांगे, टैन ਲਈ लिखांगे, है ना। ये लिखांगे कित्थों ਅਸੀਂ यूनिट सर्कल तो। देखो ਪਹਿਲਾਂ ਅਸੀਂ यूनिट सर्कल ਤੇ ਲੈ ਆਵਾਂਗੇ, ठीक है। फिर ਜਦੋਂ ਅਸੀਂ ਇਹਦੀ ਪ੍ਰੈਕਟਿਸ ਕਰੀ ਜਾਵਾਂਗੇ ਸਾਨੂੰ ਇਹ ਕੁਝ ਵੀ ਡਰਾ ਕਰਨ ਦੀ ਲੋੜ ਨਹੀਂ ਹੈਗੀ। ਫਿਰ ਸਾਡੀ ਇਮੈਜੀਨੇਸ਼ਨ ਪਾਵਰ ਹੀ ਇੰਨੀ ਹੋ ਜਾਣੀ ਆ ਵੀ ਅਸੀਂ ਆਰਾਮ ਦੇ ਨਾਲ ਇਹਨੂੰ ਬਿਨਾਂ ਡਰਾ ਕਰੇ ਹੀ ਆਪਣੀਆਂ ਵੈਲਿਊਜ਼ ਲਿਖ ਸਕਦੇ ਹਾਂ, ਠੀਕ ਹੈ। ਹੁਣ ਇਹਦੇ ਕੋਆਰਡੀਨੇਟ ਕੀ ਨੇ? ਇਹ एक्स वाई ओ वाई डैश, ठीक है। ਇਹਦੇ ਕੋਆਰਡੀਨੇਟ ਦੇਖੋ ਕੀ ਨੇ ਸਾਡੇ ਕੋਲੇ 1 0 0 1 -1 0 एंड 0 -1, ठीक है। वाई एक्सिस के उपर सारे किते एक्स 0 होंदा, एक्स एक्सिस के उपर वाई 0 होंदा, ठीक है। हुण देखो साइन 0 पहला तो साइन 0 असीं इत्थे गल करदे पे हां, कुछ किते नहीं गए हैगे। साइन की होंदा स्टूडेंट्स, असीं मैं बहुत बार दस चुके हैं आपां, साइन कोई भी अल्फा या थीटा इज इक्वल टू वाई होंदा। वाई की वैल्यू ही यूनिट सर्कल दे विच साइन की वैल्यू होंदी है एंगल वाली, ठीक है। साइन 0 इत्थे वाई कितना 0 आ, साइन 0 इज इक्वल टू 0। साइन 90 असीं इत्थे पहुंचे हैं, ठीक है। ये आम वरतों वालियां वैल्यूज़ ने, ये आम ही होणगे जदों तुसीं सम सॉल्व करोगे, ठीक है। साइन 90 असीं कित्थे पहुंच गए? इत्थे पहुंच गए। इत्थे वाई की वैल्यू कितनी है? 1 है, 1 भर देंगे असीं। साइन 180 इज़ हेयर, ठीक है, इत्थे पहुंच गए। उस बाद वाई की वैल्यू कितनी है? 0 आ, इत्थे 0 भर देंगे। इदां ही साइन 270 असीं इत्थे पहुंच गए हैं, ठीक है। वाई की वैल्यू कितनी है? -1 है, -1 आ गई। उस बाद साइन 360 असीं इत्थे आ गए हैं, ठीक है। इसदी वैल्यू कितनी है? 0 आ गई। फिर सारा उदा ही रिवर्स के चल पैना, ठीक है। ये हो गया साइन दी वैल्यू। इदां ही कॉस की वैल्यूज़ कढ़ लेंगे। कॉस 0 डिग्री, कॉस 90 डिग्री, कॉस 180 डिग्री, कॉस 270 डिग्री, कॉस 360 डिग्री, ठीक है। कॉस की होंदा साडे कोले? कॉस एक्स होंदा। कॉस अल्फा इज इक्वल टू एक्स, ठीक है। जिहड़ी एक्स की वैल्यू आ रही है वो साडी कॉस दे विच एंगल पुट होने की वैल्यू होएगी। कॉस 0 की गल कर लो, कॉस 0 इज़ हेयर, ठीक है। एंगल 0 आ तो वैल्यू एक्स की कितनी है? 1 है, इत्थे 1 आ गई है। कॉस 90 इज़ हेयर, 90, ठीक है, इत्थे एक्स की वैल्यू कितनी है? 0 आ। कॉस 180 इज़ हेयर, ठीक है, 180 एक्स की वैल्यू -1 आ। कॉस 270 इत्थे आ गई, वैल्यू कितनी एक्स की? 0 आ। 360 दे विच फिर 1 है, ठीक है। इदां असीं कढ सकते हैं। इदां ही असीं टैन कढ लांगे। टैन 0 डिग्री इज इक्वल टू ए डिवाइडेड बाई ए, 0 आ गई। टैन 90 डिग्री इज इक्वल टू 1 डिवाइडेड बाई 0 इज नॉट डिफाइंड, ठीक है। इदां असीं सारियां वैल्यूज़ कढ लांगे। मैं सारियां नहीं कढांगा, तुसां ने आराम दे नाल, ठीक है, ये कर लेनियां ने, कोई बहुता वड्डा काम नहीं हैगा, ठीक है। कहण दा भाव ये आ, ये वैल्यूज़ तुसां ने याद कर लेनियां ने। बहुत सारे सम्स दे विच ये वैल्यूज़ सानू है ना यूजफुल होणगे, असीं वरतों इन्हां दी करांगे, ठीक है। साडे कोल देखो हुण साडे कोल टेबल ऑफ वैल्यूज़ हो गया, सम स्टैंडर्ड वैल्यूज़ हो गई। हुण असीं यूजफुल रिजल्ट वन्नी वधदे हां। स्टूडेंट्स देखो एक असीं रिजल्ट ऑबटेन करांगे। मान लो किते लिखिया होया इदां साइन 360 प्लस थीटा, ठीक है, 360 डिग्री प्लस थीटा। हुण देखो 360 इत्थों असीं 0 ते खड़े हाँ, 0 तो बाद चल पे असीं 90 ते पहुँच गए, 90 तो बाद असीं 180 ते पहुँच गए, 180 तो बाद 270 ते पहुँच गए, 270 तो बाद 360 ते पहुँच गए, ठीक है। 360 तो बाद फिर इत्थे प्लस थीटा, वो थीटा प्लस होया होया आ वाला, ठीक है। एक असी पूरा सर्कल पूरा करना, असी राउंड एक पूरा करना। 360 का मतलब की है? राउंड है पूरा करना, प्लस दे विच थीटा, ठीक है। जदों भी इदां किते होवे फिर असी किदां करदे हुंदे आ देखो असी किदां करदे हुंदे आ। तुहानूं मैंने लास्ट लैक्चर दे विच भी सिखाया सी। पहलां तां असी देखांगे क्वाड्रेंट किहड़े क्वाड्रेंट 'च जा रहे हैं। फस्ट क्वाड्रेंट 'च साइन की हुंदा? पॉजिटिव हुंदा, ठीक है।
उस तो बाद 360 लग्या होया कोई चेंज नहीं आएगी, सेम रहेगा, साइन आ जाऊगा। ठीक है, साइन तो बाद फिर थीटा आ जाऊगा। ठीक है, हुण देखो असी स्टूडेंट्स मैं तुहानूं एक रिजल्ट ऑबटेन करवावांगा, वो ड्राइव करना असी साइन इत्थे इदां लगा लो तुसीं 720 प्लस थीटा लग्या होया ਤਾਂ ਕਿੱਦਾਂ ਹੋਊਗਾ। 720 मतलब कि 2 ਚੱਕਰ। ठीक है, इथों एक चक्कर कर लिया पूरा 360 आ गया, फिर दूजा चक्कर पूरा कर लिया 720 आ गया, फिर प्लस थीटा। ठीक है, हुण 2 ਚੱਕਰ पूरे कर ले, 2 राउंड इन्हें पूरे कर लए। फिर देखो की कर सकते हैं, इनू असीं इदां लिख सकते हैं साइन 2 × 360 प्लस थीटा। ठीक है, मतलब कि 360 के 2 राउंड ने, उस बाद प्लस थीटा। ठीक है, देखो 360 ही है ना, किहड़े आपां क्वाड्रेंट दे विच चल गए, फस्ट क्वाड्रेंट दे विच ते पॉजिटिव ही लगेगा, तो 360 लग गया तो साइन ठीक है सेम रहेगा, साइन आ गया, उस तो बाद थीटा आ गया। हुण तीजा रिजल्ट असीं होर अपडेट करते हैं, एक साइन 1080 डिग्री प्लस थीटा होवे जे, फिर की करांगे असीं साइन 3 × 360 डिग्री प्लस थीटा इज इक्वल टू। ठीक है, हुण देखो 360 ते 3 राउंड पूरे करने ने। ठीक है, राउंड तो सानू मैटर करता ही नहीं हैगा, यह मतलब जिन्ने मर्जी होण, इन्हें असीं एक भी मन के चल सकते हैं, मतलब क्वांटिटी दे कोई फर्क पैंदा ही नहीं हैगा। ठीक है, 360 के 3 राउंड पूरे करे, फस्ट क्वाड्रेंट चल गए तो पॉजिटिव आ गया, तो साइन आ गया, साइन थीटा आ गया। ठीक है, हुण देखो इत्थे 1 राउंड पूरा करिया सी तां साइन थीटा सी, 2 राउंड करे तां साइन थीटा, 3 राउंड करे ठीक है साइन थीटा। जे n राउंड पूरे करूँगा साइन n 360 प्लस थीटा ताकि हुआ साइन थीटा ही हुआ। ठीक है, ये मैं रिजल्ट तुहानूं अपडेट कराउणा सी भी 360 दे जिन्ने मर्जी राउंड पूरे कर ले, जिन्ने मर्जी इत्थों घुम घुम के आ जाए है ना, जिहड़ा रिजल्ट आ वो साडा सेम ही रहेगा। सेम कॉस लई भी है, कॉस लई देखो कॉस लई भी n × 360 प्लस थीटा इज इक्वल टू कॉस थीटा आ जाऊगा। टैन लई भी n × 360 प्लस थीटा इज इक्वल टू टैन थीटा आ जाऊगा। ठीक है, मतलब कि वैल्यू सेम रहिंदी आ। इहो रिजल्ट यूज़ करके असीं हुण अगे सम भी करांगे। ठीक है, हुण देखो ये हो गया यूजफुल रिजल्ट ने ये वाले, इदां ही साइन का भी आ, कॉस का भी, टैन का भी, तीनों रिजल्ट हो गए। तुसां ने ये रिजल्ट अपने माइंड दे विच बिठा लेने आ, ये काफ़ी ज़्यादा प्रॉब्लम्स नूं सॉल्व करन दे विच तुहाडी हैल्प करनगे। ठीक है, हुण असीं अगे वधांगे प्रॉब्लम्स वधी। हुण आह वालीआं प्रॉब्लम ने जो अपने इहो रिजल्ट दे नाल सॉल्व होणगीआं। ठीक है, हुण वेखदे हां असीं किद्दां सॉल्व करीए इन्हां नूं। मान लो पहली प्रॉब्लम है, फर्स्ट प्रॉब्लम इज कॉस माइनस 1710 डिग्री। ठीक है, हुण देखो किहदे वर्गा है, कॉस माइनस सीटे वर्गा हैगा। ठीक है, कॉस माइनस सीटा की हुंदा सी, कल वाली क्लास च पढ़िया सी, कॉस थीटा आ जाऊगा। ठीक है, हुण माइनस खत्म हो जाऊगा, कॉस 1710 साडे कोल ये आ गया। ठीक है, हुण ये काफ़ी वड्डा एंगल है ना, जो वड्डा एंगल होवे 360 तो वड्डा होवे, फिर असीं की करदे हुंदे स्टूडेंट्स, आ लो 1710 360 नाल इनू डिवाइड करांगे। ठीक है, 360 4 नाल मल्टीप्लाई करिए 0 4 2 12 ते 14। ठीक है, 14 0 4 डिवाइडेड बाय 0, 11 चों 7 गए, 4 गए 7। ठीक है, 2 270 आ गया। ठीक है, इदां तुसीं ने डिवाइड करना इनू, जो भी वड्डा एंगल होएगा 360 तो, फिर असीं इनू किद्दां लिख सकते हैं, कॉस 4 × 360 डिग्री प्लस 270। ठीक है, असीं आईओ वाले एंगल नूं तोड़ के ही लिखिया। ठीक है, 4 × 360 प्लस 270 इदां लिख लिया असीं। ठीक है, हुण देखो असीं रिजल्ट की करके आए, जदों भी इदां दा होवे 360 प्लस कोई भी एंगल हुंदा है ना, फिर असीं इदां करिया सी स्टूडेंट्स, पहलां तां असीं देखदे हुंदे आ कित्थे चल गए, जे असीं सानूं रिजल्ट भी वो नहीं पता हैगा, जे वो रिजल्ट भी सानूं नहीं पता फिर किद्दां करांगे असीं। 4 ਚੱਕਰ ਕੱਢਣੇ ने, 1 2 3 4 4 पूरे कर ले। हुण असीं इत्थों जाना 270 आ। ठीक है, सारा आपां 4 राउंड पूरे कर लिया तो फस्ट क्वाड्रेंट दे विच आ गए हैं। ठीक है, तो कॉस फस्ट क्वाड्रेंट दे विच पॉजिटिव ही हुंदा, तो कॉस आ जाएगा इत्थे कॉस 270। ਜਾਂ ਤਾਂ ਅਸੀਂ जो पहला रिजल्ट मैं तुहानूं हुण ही पहलां करवा के हटिया ਉਹਦੇ ਤੋਂ कर लो, चाहे आप इदां भी कर सकते हैं। ठीक है, हुण 270 आ गया, कॉस 270, कॉस 270 इत्थे कित्थे आ गया, इत्थों चले 90 180 इज एंड 270, 270 ते कॉस कितना हुंदा साडे कोल 0 हुंदा। ठीक है, 0 आ गया, आंसर कितना आ गया 0। इदां ही सॉल्व करना तुसां ने। हुण नैक्सट प्रॉब्लम वेख लो,
ਨੈਕਸਟ ਪ੍ਰੋਬਲਮ ਇਜ਼ ਸਾਈਨ 240 ਡਿਗਰੀ। ਠੀਕ ਹੈ, ਹੁਣ ਇਹ ਪ੍ਰੋਬਲਮ ਨੂੰ ਅਸੀਂ ਦੋ ਤਰੀਕਿਆਂ ਨਾਲ ਸੋਲਵ ਕਰ ਸਕਦੇ ਹਾਂ। ਹੁਣ 240 ਦੀ ਤਾਂ ਸਾਡੇ ਕੋਲ ਕੋਈ ਵੈਲਿਊ ਨਹੀਂ ਹੈਗੀ ਹੈ ਨਾ, ਤੇ ਅਸੀਂ ਕੱਢ ਤਾਂ ਸਕਦੇ ਹਾਂ ਬਟ ਸਾਨੂੰ ਬਹੁਤ ਮੁਸ਼ਕਿਲ ਹੋਣੀ ਆ, ਸਾਨੂੰ ਸਕੇਲ ਚੱਕਣੇ ਪੈਣਗੇ, ਡਰਾਇੰਗ ਬਣਾਉਣੀ ਪੈਣੀ ਆ, ਫਿਰ ਕਿਤੇ ਜਾ ਕੇ ਕੱਢ ਸਕਦੇ ਹਾਂ। ਬਟ ਵੇਖੋ ਅਸੀਂ ਇਹਨੂੰ ਇੱਦਾਂ ਵੀ ਕਰ ਸਕਦੇ ਹਾਂ, ਸਾਈਨ 180 + 60 ਇਹਨੂੰ ਇੱਦਾਂ ਤੋੜ ਸਕਦੇ ਹਾਂ ਹੈ ਨਾ, ਜਾਂ ਕਿੱਦਾਂ ਤੋੜ ਸਕਦੇ ਹਾਂ ਅਸੀਂ ਇਹਨੂੰ, ਔਰ ਸਾਈਨ 270 - 30 ਡਿਗਰੀ। ਠੀਕ ਹੈ, ਫਰਕ ਤਾਂ ਨਹੀਂ ਪਿਆ ਕੋਈ। 180 + 60 ਕੀ ਹੁੰਦਾ 240 ਹੁੰਦਾ, 270 - 30 ਕੀ ਹੁੰਦਾ 240 ਹੁੰਦਾ। ਠੀਕ ਹੈ, ਹੁਣ ਦੇਖੋ ਇਹਨਾਂ ਨੂੰ ਕਿੱਦਾਂ ਸੋਲਵ ਕਰਾਂਗੇ ਅਸੀਂ। 180 + 60 ਹੈ ਨਾ, 180 + 60 ਕੁਆਡਰੈਂਟ ਬਣਾਏ ਅਸਾਂ ਨੇ, 180 ਇਜ਼ ਹੇਅਰ। ਠੀਕ ਹੈ, 180 ਤੇ ਇੱਥੇ 60 ਥਰਡ ਕੁਆਡਰੈਂਟ ਦੇ ਵਿੱਚ ਆ ਗਿਆ। ਥਰਡ ਕੁਆਡਰੈਂਟ ਦੇ ਵਿੱਚ ਸਾਈਨ ਕੀ ਹੁੰਦਾ ਸਾਡੇ ਕੋਲੇ, ਨੈਗੇਟਿਵ ਹੁੰਦਾ, ਨੈਗੇਟਿਵ ਲਗਾਇਆ ਅੱਗੇ। ਠੀਕ ਹੈ, ਉਸ ਤੋਂ ਬਾਅਦ 180 ਲੱਗਿਆ ਤਾਂ ਸਾਈਨ ਸਾਡਾ ਚੇਂਜ ਨਹੀਂ ਹੋਏਗਾ, ਸਾਈਨ ਸਾਡਾ ਉੱਦਾਂ ਹੀ ਰਹੇਗਾ। ਠੀਕ ਹੈ, 60 ਡਿਗਰੀ ਆ ਗਿਆ। ਹੁਣ 60 ਡਿਗਰੀ ਤੇ ਸਾਈਨ 60 ਕਿੰਨਾ ਹੁੰਦਾ, ਸਾਈਨ 60 ਆ ਮਾਈਨਸ ਉੱਦਾਂ ਹੀ ਰਹੂਗੀ। ਇਹ ਵੈਲਿਊ ਯਾਦ ਹੋਣੀ ਚਾਹੀਦੀ ਹੈ, √3/2 ਸਾਡੇ ਕੋਲ ਇੰਨਾ ਆਂਸਰ ਆ ਜਾਣਾ। ਹੁਣ ਦੂਸਰੇ ਤਰੀਕੇ ਨਾਲ ਵੇਖ ਲਓ, ਇੱਧਰ ਕਿਵੇਂ ਆ 270। ਠੀਕ ਹੈ, ਪਹਿਲਾਂ ਤਾਂ ਅਸੀਂ ਕੁਆਡਰੈਂਟ 'ਚ ਦੇਖਾਂਗੇ ਕਿਹੜੇ 'ਚ ਜਾ ਰਹੇ ਹਾਂ, 270 - 30, 270 ਇਜ਼ ਹੇਅਰ -30 ਇਜ਼ ਹੇਅਰ। ਠੀਕ ਹੈ, ਥਰਡ ਕੁਆਡਰੈਂਟ ਦੇ ਵਿੱਚ ਹੀ ਰਹਿੰਦੇ ਆ, ਤਾਂ ਕਰਕੇ ਮਾਈਨਸ ਆਊ, ਇੱਥੇ ਨੈਗੇਟਿਵ ਹੁੰਦਾ ਸਾਈਨ, ਤਾਂ ਸਾਈਨ ਆ ਗਿਆ ਇੱਥੇ। ਠੀਕ ਹੈ, 270 ਸੌਰੀ ਸਾਈਨ ਨਹੀਂ ਆਏਗਾ। ਆਪਾਂ ਪਹਿਲਾਂ ਤਾਂ ਇਹੀ ਦੇਖਦੇ ਹੁੰਦੇ ਹਾਂ, ਕੁਆਡਰੈਂਟ ਤੋਂ ਬਾਅਦ ਕੁਆਡਰੈਂਟ ਚੈੱਕ ਕਰਦੇ ਹਾਂ ਕਿਹੜੇ 'ਚ ਆਉਂਦਾ, ਫਿਰ ਉਹ 'ਚ ਇਹ ਦੇਖਦੇ ਹਾਂ ਰੇਸ਼ੋ ਨੂੰ, ਪੋਜ਼ੀਟਿਵ ਹੈ ਨੈਗੇਟਿਵ ਆ। ਠੀਕ ਹੈ, ਨੈਗੇਟਿਵ ਹੈ, ਇਸ ਕਰਕੇ ਇੱਥੇ ਨੈਗੇਟਿਵ ਸਾਈਨ ਆ ਗਿਆ। ਹੁਣ 270 ਲੱਗਾ ਤਾਂ 270 ਲੱਗਿਆ ਹੋਵੇ ਜਾਂ 90 ਲੱਗਿਆ ਹੋਵੇ, ਫਿਰ ਰੇਸ਼ੋ ਸਾਡੀ ਚੇਂਜ ਹੋ ਜਾਂਦੀ ਹੈ। ਸਾਈਨ ਕਾਹਦੇ ਵਿੱਚ ਆ ਜਾਊਗਾ, ਕੋਸ ਦੇ ਵਿੱਚ ਆ ਜਾਊਗਾ। ਠੀਕ ਹੈ, ਹੁਣ ਦੇਖੋ ਐਂਗਲ ਕਿੰਨਾ 30 ਡਿਗਰੀ ਦਾ ਲੱਗਿਆ, 30 ਡਿਗਰੀ ਦੇ ਵਿੱਚ ਐਂਗਲ ਕੋਸ 30 ਕਿੰਨਾ ਹੁੰਦਾ, √3/2। ਚਾਹੇ ਤੁਸੀਂ ਇੱਦਾਂ ਕਰ ਲਓ ਚਾਹੇ ਇੱਦਾਂ ਕਰ ਲਓ, ਆਨਸਰ ਤੁਹਾਡਾ ਸੇਮ ਹੀ ਰਹੂਗਾ। ਠੀਕ ਹੈ, ਹੁਣ ਦੇਖੋ ਇਹ ਸਾਡਾ ਇੱਥੇ ਤੱਕ ਹੋ ਗਿਆ, ਪ੍ਰੋਬਲਮਸ ਹੋ ਗਈਆਂ। ਫਿਰ ਕੁਝ ਇੰਪੋਰਟੈਂਟ ਰਿਜ਼ਲਟ ਨੇ, ਜਿਵੇਂ ਕਿ ਸਾਈਨ 18 ਦਾ, ਕੋਸ 36 ਦਾ, ਇਹ ਆਪਾਂ ਵੇਖਦੇ ਹਾਂ। ਤੁਸੀਂ ਸਟੂਡੈਂਟਸ ਇਹ ਯਾਦ ਰੱਖਣੇ ਆ ਰਿਜ਼ਲਟ ਜਿਹੜੇ ਮੈਂ ਲਿਖਵਾਉਣ ਜਾ ਰਿਹਾ। ਸਾਈਨ 18 ਡਿਗਰੀ ਇਜ਼ ਇਕੁਅਲ ਟੂ √5 - 1/4, ਕੋਸ 36 ਡਿਗਰੀ ਇਜ਼ ਇਕੁਅਲ ਟੂ √5 + 1/4। ਇੱਕ ਹੋਰ ਦੋ ਹੋਰ ਰਿਜ਼ਲਟ ਨੇ, ਸਾਈਨ 36 ਡਿਗਰੀ ਇਜ਼ ਇਕੁਅਲ ਟੂ 10 - 2 √5 √4। ਠੀਕ ਹੈ, ਸਿਮਿਲਰਲੀ ਕੋਸ 18 ਡਿਗਰੀ ਇਜ਼ ਇਕੁਅਲ ਟੂ 10 + 2 √5/4। ਠੀਕ ਹੈ, ਫਰਕ ਸਿਰਫ ਇਹਨਾਂ 'ਚ ਪਲੱਸ ਮਾਈਨਸ ਦਾ ਹੀ ਹੈ, ਬਾਕੀ ਸਾਰੀਆਂ ਟਰਮਸ ਜਾਂ ਨੰਬਰ ਨੇ ਉਹ ਸਾਰੇ ਦੇ ਸਾਰੇ ਸੇਮ ਨੇ। ਠੀਕ ਹੈ, ਹੁਣ ਤੁਸੀਂ ਨੇ ਯਾਦ ਕਿਵੇਂ ਰੱਖਣਾ, ਜਿਵੇਂ ਸਾਈਨ 18 ਆ √5 - 1/4, √5 + 1/4। ਠੀਕ ਹੈ, 36 ਦਾ ਇਹ। ਹੁਣ ਤੁਸੀਂ ਨੇ ਯਾਦ ਇੱਦਾਂ ਰੱਖਣਾ ਸਟੂਡੈਂਟਸ, ਐਸ ਤੋਂ ਕੀ ਸਬਸਟ੍ਰੈਕਸ਼ਨ, ਸਬਟਰੈਕਟ ਹੈ ਨਾ, ਸਬਟਰੈਕਟ ਹੋ ਰਿਹਾ ਮਤਲਬ ਕਿ ਮਾਈਨਸ, ਇਹਦੇ ਵਿੱਚ ਮਾਈਨਸ ਆ, ਤੇ ਵੈਲਿਊਜ਼ ਦਾ ਨੰਬਰ ਤਾਂ ਯਾਦ ਰਹਿ ਹੀ ਜਾਂਦੇ ਨੇ। ਫਰਕ ਕਿਹਦੇ ਵਿੱਚ ਪੈਂਦਾ ਹੁੰਦਾ, ਪਲੱਸ ਮਾਈਨਸ ਦੇ ਵਿੱਚ ਉਲਝਣ ਹੁੰਦੀ ਹੈ ਬੱਚੇ ਨੂੰ। ਠੀਕ ਹੈ, ਹੁਣ ਐਸ ਤੋਂ ਸਬਟਰੈਕਟ ਮਤਲਬ ਮਾਈਨਸ ਆ, ਤਾਂ ਇਹਦੇ ਵਿੱਚ ਮਾਈਨਸ ਆਊਗੀ। ਸੀ ਤੋਂ ਕੋਲੈਕਟ, ਠੀਕ ਹੈ, ਮਤਲਬ ਕਲੈਕਟ ਮਤਲਬ ਕਲੈਕਸ਼ਨ, ਇਕੱਠਾ। ਠੀਕ ਹੈ, ਇਕੱਠ ਕਰਨ ਲਈ ਕੀ ਕਰਦੇ ਹੁੰਦੇ ਆਪਾਂ, ਪਲੱਸ ਕਰਦੇ ਹੁੰਦੇ ਹਾਂ। ਠੀਕ ਹੈ, ਇੱਥੇ ਪਲੱਸ ਆਏਗੀ। ਸਿਮਿਲਰ ਇੱਥੇ ਆ, ਐਸ ਤੋਂ ਸਬਟਰੈਕਟ ਆ ਤਾਂ ਮਾਈਨਸ ਆਏਗੀ, ਕੋਸ ਦੇ ਵਿੱਚ ਹੈ ਨਾ ਕਲੈਕਸ਼ਨ ਆ ਤਾਂ ਪਲੱਸ ਆਏਗੀ। ਠੀਕ ਹੈ, ਬਾਕੀ ਸਾਰੇ ਨੰਬਰ ਉੱਦਾਂ ਦੀ ਨੇ, ਤੁਸੀਂ ਯਾਦ ਰੱਖਣੇ ਨੇ ਇਹ ਸਾਰੇ ਦੇ ਸਾਰੇ ਦੋਨੋਂ ਰਿਜ਼ਲਟ। ਠੀਕ ਹੈ, ਅਗਰ ਤੁਸੀਂ ਕੱਢਣਾ ਚਾਹੋਗੇ ਨਾ ਤਾਂ ਵਾਵਾ ਟਾਈਮ ਉੱਥੇ ਪੇਪਰ ਦੇ ਵਿੱਚ ਖਾ ਸਕਦਾ। ਇਹਦੇ ਨਾਲ ਕਿਹੜੇ ਕੁਐਸਚਨ ਸੋਲਵ ਹੁੰਦੇ ਨੇ, ਮੰਨ ਲਓ ਆਪਣੇ ਕੋਲ ਇੱਦਾਂ ਦਾ ਕੁਐਸਚਨ ਆ ਗਿਆ, ਸਾਈਨ 54 ਡਿਗਰੀ ਆ ਗਿਆ। ਸਾਈਨ 54 ਨੂੰ ਕਿੱਦਾਂ ਲਿਖ ਸਕਦੇ ਹਾਂ, ਸਾਈਨ 90 ਡਿਗਰੀ - 36। ਠੀਕ ਹੈ, 54 ਹੀ ਬਣ ਜਾਏਗਾ ਆਪਣੇ ਕੋਲ, 60 ਤੇ 90। ਹਾਂ ਠੀਕ ਹੈ, ਦੇਖੋ ਹੁਣ ਦੇਖੋ ਇਹਨੂੰ ਕਿੱਦਾਂ ਕਰ ਸਕਦੇ ਹਾਂ, ਸਾਈਨ 90 - 36, 90 - 36 ਇਜ਼ ਹੇਅਰ। ਆਪਾਂ ਫਸਟ ਕੁਆਡਰੈਂਟ ਦੇ ਵਿੱਚ ਆ ਗਏ ਹਾਂ, ਪੋਜ਼ੀਟਿਵ ਸਾਈਨ ਆ। ਠੀਕ ਹੈ, 90 ਲੱਗਾ, ਸਾਈਨ ਚੇਂਜ ਹੋ ਜਾਊਗਾ, ਕੋਸ 36, ਕੋਸ 36 ਆ। ਹੁਣ ਕੋਸ 36 ਦੀ ਵੈਲਿਊ ਕਿੰਨੀ ਹੈ ਸਾਡੇ ਕੋਲ, ਆਹ ਵਾਲੀ ਪਈ ਆ। ਠੀਕ ਹੈ, ਇਹਦਾ √5 + 1/4 ਆਂਸਰ ਆ ਜਾਊਗਾ। ਇੱਦਾਂ ਦੇ ਕੁਐਸਚਨ ਇਹ ਰਿਜ਼ਲਟਸ ਨਾਲ ਸੋਲਵ ਹੁੰਦੇ ਆ। ਠੀਕ ਹੈ, ਇਹ ਤੁਸੀਂ ਨੇ ਯਾਦ ਕਰ ਲੈਣੇ, ਘੱਟੋ ਘੱਟ 5-5 ਵਾਰ ਇੱਕ ਰਿਜ਼ਲਟ ਲਿਖ ਕੇ ਵੇਖਣਾ। ਠੀਕ ਹੈ, ਫਿਰ ਤੁਹਾਡੇ ਮਾਈਂਡ ਦੇ ਵਿੱਚ ਇਹ ਘਰ ਕਰ ਜਾਣਗੇ। ਹੁਣ ਅਸੀਂ ਨੈਕਸਟ ਟੌਪਿਕ ਵੱਲ ਵੇਖਦੇ ਹਾਂ। ਠੀਕ ਹੈ, ਇਹ ਆਪਣੇ ਹੋ ਗਏ ਆ
ਆਹ ਵਾਲੇ ਇੰਪੋਰਟੈਂਟ ਰਿਜ਼ਲਟ ਹੋ ਗਿਆ। ਤੇ ਫਾਰਮੂਲੇ ਨੇ ਹਨਾ A+B ਵਾਲੇ ਹਨਾ ਤੇ AB ਫਾਰਮੂਲੇ, CD ਫਾਰਮੂਲੇ 2 ਥੀਟਾ ਤੇ 3 ਥੀਟਾ ਵਾਲਾ ਹਨਾ। ਸਟੂਡੈਂਟਸ ਫਾਰਮੂਲੇ ਦੇ ਵਿੱਚ ਇੰਨਾ ਕੁਝ ਵੀ ਸਮਝਾਉਣ ਵਾਲਾ ਨਹੀਂ ਹੈਗਾ, ਠੀਕ ਹੈ। ਫਾਰਮੂਲੇ ਤੁਹਾਡੇ ਯਾਦ ਕਰਨ ਤੇ ਹੀ ਡਿਪੈਂਡ ਕਰਦੇ ਆ। ਤੁਸੀਂ ਨੇ ਉਹਨਾਂ ਨੂੰ ਘੱਟੋ ਘੱਟ 5-5 ਵਾਰ ਇੱਕ ਫਾਰਮੂਲੇ ਨੂੰ ਲਿਖ ਕੇ ਦੇਖਣਾ। ਜਦੋਂ ਤੁਹਾਡੇ ਹੱਥ ਦੇ ਵਿੱਚ ਦੀ ਲੰਘ ਜਾਣਗੇ ਨਾ ਫਾਰਮੂਲੇ, ਫਿਰ ਤੁਹਾਡੇ ਮਾਈਂਡ ਦੇ ਵਿੱਚ ਹੀ ਹਨਾ ਬੈਠ ਜਾਂਦੇ ਆ, ਯਾਦ ਰਹਿ ਜਾਂਦੇ ਆ, ਠੀਕ ਹੈ। ਜਾਂ ਅਸੀਂ ਇੱਕ ਹੋਰ ਤਰੀਕਾ ਵੀ ਯੂਜ਼ ਕਰ ਸਕਦੇ ਹਾਂ ਜੋ ਮੈਨੇ ਖੁਦ +1 ਟਾਈਮ ਯੂਜ਼ ਕਰਿਆ ਸੀ। ਉਹ ਇਹ ਸੀ ਕਿ ਮੈਨੇ ਸਾਰੇ ਦੇ ਸਾਰੇ ਫਾਰਮੂਲਿਆਂ ਦਾ ਨਾ ਜੋ ਟ੍ਰਿਗਨੋਮੈਟ੍ਰਿਕ AB ਫਾਰਮੂਲੇ, CD ਫਾਰਮੂਲੇ 2 ਥੀਟੇ 3 ਥੀਟੇ ਵਾਲੇ, ਇਹਨਾਂ ਨੂੰ ਮਲਟੀਪਲ ਐਂਗਲ ਵਾਲੇ ਹਨਾ ਫਾਰਮੂਲੇ ਕਹਿੰਦੇ ਹਾਂ ਅਸੀਂ, ਉਹਨਾਂ ਦਾ ਇੱਕ ਚਾਰਟ ਬਣਾ ਕੇ ਆਪਣੇ ਰੂਮ ਦੇ ਵਿੱਚ ਲਗਾ ਲਿਆ ਸੀ। ਤੇ ਹਨਾ ਜਦੋਂ ਮਤਲਬ ਰਾਤੀ ਸੌਂਦਾ ਬੰਦਾ ਫਿਰ ਉਹ ਪੜ੍ਹ ਕੇ ਸੌਂ ਜਾਵੇ, ਸਵੇਰੇ ਉੱਠਦਾ ਬੰਦਾ ਫਿਰ ਉਹ ਉੱਠ ਕੇ ਪੜ੍ਹ ਲਵੇ ਹਨਾ। ਕਿਉਂਕਿ ਇੰਨਾ ਜ਼ੋਰ ਜਿਹਾ ਮੈਂ ਤਾਂ ਪਾ ਰਿਹਾ ਕਿਉਂਕਿ ਇਹਨਾਂ ਦੇ ਵਿੱਚ ਉਲਝਣ ਹੋ ਜਾਂਦੀ ਆ, ਕਾਫੀ ਜ਼ਿਆਦਾ ਫਾਰਮੂਲੇ ਨੇ, ਠੀਕ ਹੈ। ਤੇ ਤੁਸੀਂ ਇੱਦਾਂ ਉਹਨਾਂ ਨੂੰ ਯਾਦ ਕਰ ਸਕਦੇ ਹੋ, ਠੀਕ ਹੈ। ਇਹਨਾਂ ਵਿੱਚ ਕੋਈ ਸਮਝਾਉਣ ਬੁਝਾਉਣ ਵਾਲਾ ਇੰਨਾ ਖਾਸ ਗੱਲ ਨਹੀਂ ਹੈਗੀ, ਠੀਕ ਹੈ। ਤੇ ਕਲਾਸ ਕਿੱਦਾਂ ਦੀ ਲੱਗੀ ਤੁਸੀਂ ਨੇ ਫੀਡਬੈਕ ਜ਼ਰੂਰ ਦੇਣਾ। ਤੇ ਅਗਰ ਟੈਲੀਗ੍ਰਾਮ ਦਾ ਚੈਨਲ ਨਹੀਂ ਜੁਆਇਨ ਕੀਤਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੇ ਜਾ ਕੇ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰ ਸਕਦੇ ਹੋ। ਧੰਨਵਾਦ।